ਆਦਮੀ ਹੈ ਦੁੱਖ ਵਿੱਚ ਸੁੱਖ ਭਾਲਦਾ, ਜਿੰਨਾ ਸੁੱਖ ਭਾਲਦਾ ਓਨਾ ਦੁਖੀ ਹੁੰਦਾ। ਜਦ ਬੋਧ ਜਾਗਦਾ ਹੈ ਕਿ ਮੇਰੇ ਸੁੱਖ ਦੀ ਖੋਜ ਹੀ ਮੇਰੇ ਦੁੱਖ ਦਾ ਕਾਰਨ ਹੈ, ਤਾਂ ਸਾਧਨਾ ਦਾ ਜਨਮ ਹੁੰਦਾ। ਤਦ ਆਦਮੀ ਸੁੱਖ ਨਹੀਂ ਭਾਲਦਾ, ਦੁੱਖ ਤੋਂ ਨਹੀਂ ਬਚਣਾ ਚਾਹੁੰਦਾ, ਸੁੱਖ ਦੁੱਖ ਦੋਨਾਂ ਤੋਂ ਉੱਪਰ ਉੱਠਣਾ ਚਾਹੁੰਦਾ ਹੈ। ਸੰਸਾਰਿਕ ਆਦਮੀ ਉਹ ਹੈ ਜਿਹੜਾ ਦੁੱਖ ਵਿੱਚ ਹੈ ਤੇ ਸੁੱਖ ਭਾਲਦਾ। ਸੰਨਿਆਸੀ ਉਹ ਹੈ ਜਿਹੜਾ ਸਮਝ ਗਿਆ ਕਿ ਦੁੱਖ ਤੋਂ ਬਚਣ ਅਤੇ ਸੁੱਖ ਨੂੰ ਭਾਲਣ ਵਿੱਚ ਹੀ ਦੁੱਖ ਹੈ। ਸੰਨਿਆਸੀ ਉਹ ਹੈ ਜਿਹੜਾ ਸੁੱਖ ਅਤੇ ਦੁੱਖ ਤੋਂ ਉੱਪਰ ਉੱਠਦਾ ਹੈ ਤੇ ਮਾਰਗ ਭਾਲਦਾ। ਸਿੱਧ ਹੈ ਉਹ ਜਿਹੜਾ ਪਹੁੰਚ ਗਿਆ ਉਸ ਥਾਂ ਤੇ ਜਿੱਥੇ ਉਹ ਸੁੱਖ ਅਤੇ ਦੁੱਖ ਦੇ ਪਾਰ ਹੋ ਗਿਆ। ਸੁੱਖ ਦੁੱਖ ਤੋਂ ਪਾਰ ਹੁੰਦਿਆਂ ਹੀ ਆਨੰਦ ਵਾਪਰ ਜਾਂਦਾ ਹੈ। ਸਿੱਤਵ ਆਨੰਦ ਦੀ ਅਵਸਥਾ ਹੈ। ਬੋਧਿਸਤਵ ਹੈ ਉਹ ਜਿਹੜਾ ਇਸ ਆਨੰਦ ਨੂੰ ਪਾ ਕੇ ਖੋ ਨਹੀਂ ਜਾਂਦਾ, ਚੁੱਪ ਨਹੀਂ ਹੋ ਜਾਂਦਾ, ਬੈਠ ਨਹੀਂ ਜਾਂਦਾ, ਬਲਕਿ ਜਿਹੜੇ ਦੁੱਖ ਵਿੱਚ ਹਨ ਉਹਨਾਂ ਦੇ ਲਈ ਵਾਪਸ ਪਰਤ ਆਉਂਦਾ ਹੈ। ਸੁਣਿਆ ਹੈ ਮੈਂ ਕਿ ਜਾਪਾਨ ਦੇ ਇੱਕ ਕੈਦਖਾਨੇ ਵਿੱਚ ਇੱਕ ਅਨੋਖੀ ਘਟਨਾ ਵਰ੍ਹਿਆਂ ਤੀਕ ਵਾਪਰਦੀ ਰਹੀ। ਇੱਕ ਫਕੀਰ ਵਾਰ-ਵਾਰ ਚੋਰੀ ਕਰਦਾ ਤੇ ਸਜ਼ਾ ਪਾਉਂਦਾ ਰਿਹਾ। ਲੋਕ ਹੈਰਾਨ ਸਨ। ਫਕੀਰ ਅਜਿਹਾ ਸਾਧੂ ਸੀ, ਗੈਰ ਸਧਾਰਨ ਕਿ ਕੋਈ ਯਕੀਨ ਹੀ ਨਹੀਂ ਕਰ ਸਕਦਾ ਕਿ ਉਹ ਸਾਧੂ ਕਦੇ ਚੋਰੀਆਂ ਕਰਨ ਲੱਗ ਜਾਏਗਾ। ਗੁਣ ਉਸ ਵਿੱਚ ਅਜਿਹੇ ਸਨ ਕਿ ਬੋਧਿਸਤਵ ਦੇ ਤੇ ਚੋਰੀ ਦੀ ਗੱਲ ਦਾ ਕਿਤੇ ਕੋਈ ਤਾਲਮੇਲ ਹੀ ਨਹੀਂ ਬੈਠਦਾ ਸੀ। ਚੋਰੀ ਵੀ ਬਹੁਤ ਛੋਟੀ ਮੋਟੀ। ਇਹ ਜ਼ਿੰਦਗੀ ਭਰ ਚੱਲਿਆ ਸਿਲਸਿਲਾ। ਬੁੱਢਾ ਹੋ ਗਿਆ। ਉਹਦੇ ਸ਼ਿష్ਯਾਂ ਨੇ ਕਿਹਾ, ਹੁਣ ਤਾਂ ਬੰਦ ਕਰ ਦੇ ਉਪਦਰਵ। ਸਾਡੀ ਕਲਪਨਾ ਵਿੱਚ ਵੀ ਨਹੀਂ ਆਉਂਦਾ ਕਿ ਕਿਸ ਲਈ ਚੋਰੀਆਂ ਕਰਦਾ ਹੈ। ਅਸੀਂ ਮੰਨ ਹੀ ਨਹੀਂ ਸਕਦੇ ਕਿ ਤੂੰ ਚੋਰੀਆਂ ਕਰਦਾ ਹੈ। ਪਰ ਸਭ ਗਵਾਹ ਹੋ ਜਾਂਦੇ ਨੇ, ਸਬੂਤ ਮਿਲ ਜਾਂਦੇ ਨੇ, ਤੈਨੂੰ ਸਜ਼ਾ ਹੋ ਜਾਂਦੀ ਹੈ। ਤੇਰੇ ਪਿੱਛੇ ਅਸੀਂ ਵੀ ਬਦਨਾਮ ਹੋ ਜਾਂਦੇ ਹਾਂ ਕਿ ਤੁਸੀਂ ਸ਼ਿਸ਼ ਕਿਸ ਦੇ ਹੋ। ਉਹ ਆਦਮੀ ਫਿਰ ਜੇਲ੍ਹ ਪਹੁੰਚ ਗਿਆ। ਹੁਣ ਤੂੰ ਆਖਰੀ ਵਾਰ ਛੁੱਟ ਕੇ ਆਇਆ ਹੈ, ਉਮਰ ਵੀ ਥੋੜ੍ਹੀ ਰਹਿ ਗਈ ਹੈ, ਸਿਹਤ ਵੀ ਠੀਕ ਨਹੀਂ। ਹੁਣ ਤੂੰ ਕਿਰਪਾ ਕਰਕੇ ਇਹ ਉਪਦਰਵ ਬੰਦ ਕਰ ਦੇ, ਚੋਰੀਆਂ ਬੰਦ ਕਰ ਦੇ। ਤੈਨੂੰ ਜੋ ਚਾਹੀਦਾ ਅਸੀਂ ਸਦਾ ਲਈ ਦੇਣ ਨੂੰ ਤਿਆਰ ਹਾਂ। ਤੈਨੂੰ ਚੋਰੀ ਕਰਨ ਦੀ ਲੋੜ ਨਹੀਂ ਹੈ। ਚੋਰੀ ਵੀ ਤੂੰ ਅਜਿਹੀ ਕਰਦਾ ਹੈ, ਛੋਟੀ ਮੋਟੀ, ਕਿ ਯਕੀਨ ਹੀ ਨਹੀਂ ਆਉਂਦਾ ਕਿ ਕੀ ਕਰਦਾ ਹੈ। ਤਾਂ ਉਸਨੇ ਕਿਹਾ ਕਿ ਜ਼ਿੰਦਗੀ ਭਰ ਮੈਂ ਕਿਹਾ ਨਹੀਂ, ਹੁਣ ਤੁਹਾਨੂੰ ਦੱਸਦਾ। ਚੋਰੀ ਮੈਂ ਸਿਰਫ ਇਸ ਲਈ ਕਰਦਾ ਤਾਂ ਜੋ ਅੰਦਰ ਜਾ ਕੇ ਚੋਰਾਂ ਨੂੰ ਬਦਲ ਸਕਾਂ। ਉਹਨਾਂ ਤੱਕ ਪਹੁੰਚਣ ਦਾ ਹੋਰ ਕੋਈ ਉਪਾਅ ਨਹੀਂ ਹੈ। ਉੱਥੇ ਬਹੁਤ ਚੋਰ ਦੁਖੀ ਹੋ ਰਹੇ ਹਨ। ਉੱਥੇ ਬਹੁਤ ਅਪਰਾਧੀ ਤੇ ਪਾਪੀ ਹਨ। ਉਹਨਾਂ ਨੂੰ ਕੌਣ ਬਦਲੇ, ਕਿਵੇਂ ਬਦਲੇ? ਜੇ ਮੈਂ ਗੁਰੂ ਦੀ ਤਰ੍ਹਾਂ ਜਾ ਕੇ ਉਹਨਾਂ ਨੂੰ ਉਪਦੇਸ਼ ਦੇਵਾਂ ਤਾਂ ਉਹਨਾਂ ਨੂੰ ਬਦਲਿਆ ਨਹੀਂ ਜਾ ਸਕਦਾ, ਕਿਉਂਕਿ ਜਿਹੜਾ ਆਪਣਾ ਨਹੀਂ ਹੈ ਉਸ ਦੇ ਪ੍ਰਤੀ ਕੋਈ ਸਨਮਾਨ ਪੈਦਾ ਨਹੀਂ ਹੁੰਦਾ। ਜੋ ਆਪਣੇ ਵਰਗਾ ਨਹੀਂ ਹੁੰਦਾ ਉਸ ਦੇ ਨਾਲ ਕੋਈ ਸੰਬੰਧ ਨਹੀਂ ਬਣਦਾ। ਇੱਕ ਗੁਰੂ ਦੀ ਤਰ੍ਹਾਂ, ਇੱਕ ਸਾਧੂ ਦੀ ਤਰ੍ਹਾਂ ਜੇਕਰ ਮੈਂ ਖੜਾ ਹੋ ਜਾਵਾਂ ਤਾਂ ਉਹਨਾਂ ਦੇ ਮਨ ਵਿੱਚ ਮੇਰੇ ਪ੍ਰਤੀ ਇੱਕ ਫਾਸਲਾ ਤੇ ਦੂਰੀ ਰਹਿੰਦੀ ਹੈ ਕਿ ਮੈਂ ਸਾਧੂ ਹਾਂ ਤੇ ਉਹ ਚੋਰ ਹਨ। ਸ਼ਾਇਦ ਮੇਰੀ ਮੌਜੂਦਗੀ ਉਹਨਾਂ ਦੀ ਨਿੰਦਾ ਵੀ ਬਣ ਜਾਂਦੀ ਹੈ। ਸ਼ਾਇਦ ਮੇਰੇ ਕਾਰਨ ਉਹਨਾਂ ਨੂੰ ਪੀੜ ਤੇ ਦੁੱਖ ਹੁੰਦੀ ਹੈ। ਸ਼ਾਇਦ ਅਕਾਰਨ ਮੈਂ ਉਹਨਾਂ ਨੂੰ ਪੀੜ ਦਾ ਕਾਰਨ ਬਣ ਜਾਂਦਾ। ਤਾਂ ਮੈਂ ਚੋਰ ਹੋ ਕੇ ਜਾਣਾ ਪਸੰਦ ਕਰਦਾ। ਫਿਰ ਮੈਂ ਉਹਨਾਂ ਜਿਹਾ ਹੋ ਗਿਆ, ਉਹਨਾਂ ਦੀਆਂ ਹੀ ਕਾਲ ਕੋਠੜੀਆਂ ਵਿੱਚ ਬੰਦ, ਉਹਨਾਂ ਵਾਂਗ ਹੀ ਜੰਜੀਰਾਂ 'ਚ ਬੰਨ੍ਹਿਆ ਗਿਆ। ਮੈਂ ਵੀ ਚੋਰ, ਉਹ ਵੀ ਚੋਰ। ਫਿਰ ਅਸੀਂ ਇੱਕ ਦੂਜੇ ਦੀ ਭਾਸ਼ਾ ਸਮਝ ਸਕਦੇ ਹਾਂ। ਫਿਰ ਉਹਨਾਂ ਦੀ ਭਾਸ਼ਾ ਵਿੱਚ ਮੈਂ ਉਹਨਾਂ ਨੂੰ ਬਦਲਣ ਦੀ ਕੋਸ਼ਿਸ਼ ਕਰਦਾ। ਪਰ ਫਿਰ ਤੁਸੀਂ ਮੈਨੂੰ ਰੋਕੋਗੇ। ਜਦ ਤੱਕ ਮੈਂ ਹਾਂ, ਮੇਰਾ ਇਹੀ ਕੰਮ ਹੈ। ਉਹ ਜਿਹੜੇ ਪੀੜ ਅਤੇ ਪਾਪ ਨਾਲ ਘਿਰੇ ਹਨ ਉਹਨਾਂ ਨੂੰ ਬਾਹਰ ਲਿਆਵਾਂ,
ਬੋਧੀ ਸਤੰਭ ਉਸ ਕੰਡੇ ਤੋਂ ਇਸ ਕੰਡੇ 'ਤੇ ਪਰਤਦਾ ਹੋਇਆ ਅਜਿਹਾ ਹੀ ਵਿਅਕਤੀ ਹੈ। ਜੇ ਉਸ ਨੇ ਇੱਥੇ ਪਰਤਣਾ ਹੈ, ਇਸ ਕੰਡੇ ਦੇ ਲੋਕਾਂ ਨੂੰ ਸਹਾਇਤਾ ਪਹੁੰਚਾਉਣੀ ਹੈ, ਤਾਂ ਉਸ ਨੂੰ ਇਸ ਕੰਡੇ ਦੀ ਕੁਛ ਭਾਸ਼ਾ ਸਮਝਣੀ ਹੋਵੇਗੀ, ਕਾਇਮ ਕਰਨੀ ਹੋਵੇਗੀ। ਇਸ ਕੰਡੇ ਦੇ ਲੋਕਾਂ ਨਾਲ ਕੁਝ ਸੰਬੰਧ ਸਥਾਪਿਤ ਕਰਨਾ ਹੋਵੇਗਾ। ਨਿਰਵਾਣ ਕਾਇਆ ਉਹੀ ਸੰਬੰਧ ਹੈ ਇਸ ਜਗਤ ਦੇ ਲੋਕਾਂ ਨਾਲ। ਇਸ ਜਗਤ ਦੇ ਲੋਕਾਂ ਦੀ ਭਾਸ਼ਾ ਕੀ ਹੈ? ਇਸ ਜਗਤ ਦੇ ਲੋਕਾਂ ਦੀ ਭਾਸ਼ਾ ਵਾਸ਼ਨਾ ਹੈ। ਤਾਂ ਬੁੱਧ ਨੇ ਜੋ ਬੋਧੀ ਸਤੰਭ ਬਣਨਾ ਹੈ, ਤਾਂ ਉਸ ਨੂੰ ਆਪਣੀ ਕਰੁਣਾ ਨੂੰ ਵਾਸ਼ਨਾ ਬਣਾਉਣਾ ਪਏਗਾ। ਉਸ ਨੂੰ ਇਹ ਗੂੜੀ ਵਾਸ਼ਨਾ ਕਰਨੀ ਪਏਗੀ ਕਿ ਮੈਂ ਦੂਜਿਆਂ ਨੂੰ ਸਹਿਯੋਗੀ ਬਣਾ ਸਕਾਂ, ਸਾਥ ਦੇ ਸਕਾਂ। ਜੈਨੀਆਂ ਵਿੱਚ ਕਿਹਾ ਜਾਂਦਾ ਹੈ ਕਿ ਤੀਰਥੰਕਰ ਉਹੀ ਆਦਮੀ ਹੁੰਦਾ ਹੈ ਜਿਸ ਨੇ ਤੀਰਥੰਕਰ ਕਰਮ ਦਾ ਬੰਧਨ ਕੀਤਾ ਹੋਵੇ। ਇਸ ਨੂੰ ਵੀ ਕਰਮ ਕਹਿੰਦੇ ਹਾਂ। ਇਹ ਵੀ ਇੱਕ ਪਾਪ ਹੈ, ਕਿਉਂਕਿ ਦੂਜਿਆਂ ਨੂੰ ਜਗਾਉਣ ਦੀ ਚੇਸ਼ਟਾ ਵੀ, ਦੂਜਿਆਂ ਨੂੰ ਬਦਲਣ ਦੀ ਚੇਸ਼ਟਾ ਵੀ, ਦੂਜਿਆਂ ਦਾ ਰੂਪ ਪਰਤਨ ਕਰਨ ਦੀ ਚੇਸ਼ਟਾ ਵੀ ਇੱਕ ਚੇਸ਼ਟਾ ਤਾਂ ਹੈ, ਇੱਕ ਵਾਸ਼ਨਾ ਤਾਂ ਹੈ। ਸੋ ਜਿਸ ਨੇ ਦੂਜਿਆਂ ਨੂੰ ਜਗਾਉਣ ਦੀ ਵਾਸ਼ਨਾ ਨੂੰ ਬਚਾ ਲਿਆ ਹੋਵੇ, ਉਹੀ ਤੀਰਥੰਕਰ ਬਣ ਜਾਂਦਾ ਹੈ। ਇੰਨੀ ਵਾਸ਼ਨਾ ਤਾਂ ਉਸ ਨੂੰ ਰੱਖਣੀ ਹੀ ਪਏਗੀ ਕਿ ਮੈਂ ਦੂਜਿਆਂ ਦੇ ਕੰਮ ਆ ਸਕਾਂ। ਇੰਨੀ ਵਾਸ਼ਨਾ ਦਾ ਧਾਗਾ ਬਣਿਆ ਰਹੇ, ਉਹੀ ਵਾਸ਼ਨਾ ਨਿਰਵਾਣ ਕਾਇਆ ਹੈ। ਫਿਰ ਉਹ ਸਾਡੇ ਨਾਲ ਜੁੜਿਆ ਹੈ ਬਹੁਤ ਹਲਕੇ ਧਾਗਿਆਂ ਨਾਲ। ਕਦੇ ਵੀ ਟੁੱਟ ਸਕਦੇ ਨੇ ਸਾਡੇ ਵਰਗੇ ਧਾਗੇ, ਕੋਈ ਮਜ਼ਬੂਤ ਜੰਜੀਰ ਨਹੀਂ ਹੈ। ਫਿਰ ਆਪਣੇ ਹੀ ਹੱਥੀਂ ਵੱਜਿਆ ਹੈ। ਜੇ ਇਸ ਤੱਟ 'ਤੇ ਕਿਸੇ ਨੇ ਰਹਿਣਾ ਹੈ, ਤਾਂ ਇਸ ਤੱਟ ਦੇ ਨਾਲ ਕੁਝ ਕਿੱਲੇ, ਕੁਝ ਰੱਸੇ, ਕੁਝ ਧਾਗੇ, ਕੁਝ ਸੂਤਰ ਬੰਨਣੇ ਪੈਣਗੇ। ਮੈਂ ਸੁਣਿਆ ਹੈ ਕਿ ਰਾਮ ਕ੍ਰਿਸ਼ਨ ਨੂੰ ਭੋਜਨ ਨਾਲ ਅਤੀ ਲਗਾਅ ਸੀ, ਬਹੁਤ ਜ਼ਿਆਦਾ ਲਗਾਅ ਸੀ। ਇੰਨਾ ਜ਼ਿਆਦਾ ਕਿ ਰਾਮ ਕ੍ਰਿਸ਼ਨ ਦੇ ਆਸ-ਪਾਸ ਦੇ ਲੋਕ ਫਿਕਰਮੰਦ ਹੋ ਜਾਂਦੇ ਸੀ। ਸ਼ਾਰਦਾ ਤਾਂ ਬਹੁਤ ਵਾਰ ਰਾਮ ਕ੍ਰਿਸ਼ਨ ਨੂੰ ਝਿੜਕ ਵੀ ਦਿੰਦੀ ਕਿ ਇਹ ਕੰਮ ਬੰਦ ਕਰ, ਬੱਚਿਆਂ ਵਰਗਾ ਕੰਮ ਹੈ। ਕਿਉਂਕਿ ਬ੍ਰਹਮ ਚਰਚਾ ਚੱਲਦੀ ਹੁੰਦੀ, ਅਚਾਨਕ ਰਾਮ ਕ੍ਰਿਸ਼ਨ ਵਿਚਕਾਰੋਂ ਉੱਠ ਕੇ ਕਿਚਨ ਵਿੱਚ, ਚੌਂਕੇ ਵਿੱਚ ਪਹੁੰਚ ਜਾਂਦੇ। ਉਹ ਕਹਿੰਦੇ ਕੀ ਬਣਿਆ ਅੱਜ, ਕੀ ਬਣ ਰਿਹਾ ਹੈ? ਸ਼ਾਰਦਾ ਕਹਿੰਦੀ ਕਿ ਬ੍ਰਹਮ ਚਰਚ ਛੱਡ ਕੇ ਇੱਥੇ ਚੌਂਕੇ ਵਿੱਚ ਆ ਕੇ ਇਹੋ ਜਿਹੇ ਪ੍ਰਸ਼ਨ ਉਠਾਉਣਾ ਤੁਹਾਨੂੰ ਸ਼ੋਭਾ ਨਹੀਂ ਦਿੰਦਾ। ਪਰਮਹੰਸ ਦੇਵ ਜੀ ਸ਼ਿਸ਼ ਵੀ ਸਮਝਾਉਂਦੇ। ਲੋਕਾਂ ਵਿੱਚ ਅਜਿਹੀਆਂ ਖਬਰਾਂ ਪਹੁੰਚਦੀਆਂ ਹਨ ਤਾਂ ਲੋਕ ਕਹਿੰਦੇ ਨੇ ਇਹ ਰਾਮ ਕ੍ਰਿਸ਼ਨ ਕਿਹੋ ਜਿਹਾ ਗਿਆਨੀ ਹੈ, ਇਸ ਨੂੰ ਭੋਜਨ ਦੀ ਇੰਨੀ ਫਿਕਰ। ਅਗਿਆਨੀਆਂ ਨੂੰ ਵੀ ਇੰਨੀ ਫਿਕਰ ਨਹੀਂ। ਥਾਲੀ ਲੈ ਕੇ ਸ਼ਾਰਦਾ ਆਉਂਦੀ ਤਾਂ ਖੜੇ ਹੋ ਕੇ ਉਹ ਥਾਲੀ ਦੇਖਣ ਲੱਗਦੇ। ਉਹਨਾਂ ਦੇ ਚਿਹਰੇ 'ਤੇ ਬੜੇ ਆਨੰਦ ਦਾ ਭਾਵ ਹੁੰਦਾ, ਉਹ ਬੜੇ ਆਨੰਦ ਨਾਲ ਥਾਲੀ ਨੂੰ ਦੇਖਦੇ। ਇੱਕ ਦਿਨ ਕੋਈ ਨਹੀਂ ਸੀ। ਸ਼ਾਰਦਾ ਤਾਂ ਕਈ ਵਾਰ ਝਿੜਕ ਵੀ ਚੁੱਕੀ ਸੀ। ਉਸ ਦਿਨ ਬਹੁਤ ਨਾਰਾਜ਼ ਹੋ ਗਈ। ਉਸ ਨੇ ਕਿਹਾ ਕਿ ਸਮਝ ਦੇ ਬਾਹਰ ਇਹ ਗੱਲ, ਤੁਹਾਡੀ ਅਤੇ ਭੋਜਨ ਦੇ ਪ੍ਰਤੀ ਐਸੀ ਰੁਚੀ। ਰਾਮ ਕ੍ਰਿਸ਼ਨ ਨੇ ਕਿਹਾ, ਅੱਜ ਤੱਕ ਤਾਂ ਮੈਂ ਲੁਕਾਈ ਰੱਖਿਆ ਕਿ ਦੱਸਣ ਨਾਲ ਤੈਨੂੰ ਕਠਿਨਾਈ ਹੋਵੇਗੀ, ਦੁੱਖ ਹੋਵੇਗਾ। ਤੂੰ ਨਹੀਂ ਮੰਨਦੀ ਹੈ, ਤੂੰ ਉਲਝਦੀ ਜਾਂਦੀ ਹੈ, ਤਾਂ ਦੱਸ ਦਿੰਦਾ। ਧਿਆਨ ਰੱਖੀ, ਜਦ ਤੱਕ ਮੈਂ ਭੋਜਨ ਵਿੱਚ ਰੁਚੀ ਲੈਂਦਾ, ਤਦ ਤੱਕ ਮੈਂ ਇਸ ਸਰੀਰ ਵਿੱਚ। ਜਿਸ ਦਿਨ ਮੈਂ ਭੋਜਨ ਵਿੱਚ ਰੁਚੀ ਨਾ ਲਵਾਂ, ਤੂੰ ਸਮਝ ਜਾਈਂ, ਖਬਰ ਕਰ ਦੇਵੀਂ, 3 ਦਿਨਾਂ ਦੇ ਅੰਦਰ ਹੀ ਮੇਰਾ ਸਰੀਰ ਛੁੱਟ ਜਾਏਗਾ। ਫਿਰ ਵੀ ਕਿਸੇ ਨੇ ਬਹੁਤੀ ਗੰਭੀਰਤਾ ਨਾਲ ਨਾ ਲਿਆ ਇਸ ਗੱਲ ਨੂੰ, ਕਿਉਂਕਿ ਅਸੀਂ ਬਹੁਤ ਬਾਅਦ ਵਿੱਚ ਗੱਲਾਂ ਨੂੰ ਗੰਭੀਰਤਾ ਨਾਲ ਲੈਂਦੇ ਹਾਂ। ਤਦ ਸ਼ਾਰਦਾ ਨੇ ਸੁਣੀ ਅਣਸੁਣੀ ਕਰ ਦਿੱਤੀ। ਹੋਰਾਂ ਨੇ ਵੀ ਸੁਣਿਆ, ਗੱਲ ਆਈ ਗਈ ਕਰ ਦਿੱਤੀ। ਫਿਰ ਇੱਕ ਦਿਨ ਤਦ ਯਾਦ ਆਇਆ, ਵਰ੍ਹਿਆਂ ਬਾਅਦ ਸ਼ਾਰਦਾ ਥਾਲੀ ਲੈ ਕੇ ਆਈ। ਰਾਮ ਕ੍ਰਿਸ਼ਨ ਲੇਟੇ ਹੋਏ ਸਨ ਤਾਂ ਉਹਨਾਂ ਨੇ ਪਾਸਾ ਪਰਤ ਲਿਆ ਦੂਸਰੀ ਤਰਫ। ਇਹ ਸੰਭਵ ਸੀ। ਭੋਜਨ ਵਿੱਚ ਉਹਨਾਂ ਦੀ ਰੁਚੀ ਅਜਿਹੀ ਸੀ ਕਿ ਉਹ ਪਾਸਾ ਪਰਤਾ ਲੈਣ ਕਿ ਪਿੱਠ ਕਰ ਲੈਣ, ਇਹ ਸੰਭਵ ਸੀ। ਅਚਾਨਕ ਸ਼ਾਰਦਾ ਨੂੰ ਚੇਤਾ ਆਇਆ। ਹੱਥੋਂ ਥਾਲੀ ਛੁੱਟ ਕੇ ਡਿੱਗ ਪਈ, ਰੋਣ ਲੱਗੀ। ਉਸਨੇ ਕਿਹਾ, ਤੁਸੀਂ ਇਹ ਕੀ ਕਰ ਰਹੇ ਹੋ? ਤੁਸੀਂ ਪਿੱਠ ਕਿਉਂ ਫੇਰ ਲਈ?
ਰਾਮ ਕ੍ਰਿਸ਼ਨ ਨੇ ਕਿਹਾ, ਤੁਸੀਂ ਹੀ ਹਮੇਸ਼ਾ ਕਿਹਾ ਕਰਦੇ ਸੀ, ਅੱਜ ਉਹੀ ਕਰ ਰਹੇ ਹਾਂ ਜੋ ਤੁਹਾਡੀ ਚਾਹਤ ਸੀ। ਠੀਕ 3 ਦਿਨ ਪਿੱਛੋਂ ਉਹਨਾਂ ਦੀ ਮੌਤ ਹੋ ਗਈ। ਸਰੀਰ ਵਿੱਚ ਜੇਕਰ ਬੰਨ੍ਹ ਕੇ ਰੱਖਣਾ ਹੋਵੇ ਕਿਸੇ ਬੋਧਿਸਤਵ ਨੂੰ ਤਾਂ ਸਰੀਰ ਦੀ ਕੋਈ ਵਾਸ਼ਨਾ ਪਕੜਨੀ ਹੋਵੇਗੀ, ਨਹੀਂ ਤਾਂ ਉਹ ਉਸੇ ਵੇਲੇ ਛੁੱਟ ਜਾਏਗਾ। ਪਰ ਇਹ ਵਾਸ਼ਨਾ ਪਕੜੀ ਜਾ ਰਹੀ ਹੈ, ਇਸ ਵਿੱਚ ਵੀ ਉਹ ਮਾਲਕ ਹੈ। ਇਹ ਵਾਸ਼ਨਾ ਉਸ ਨੂੰ ਨਹੀਂ ਪਕੜ ਰਹੀ ਹੈ। ਇੱਕ ਤਾਂ ਇਉਂ ਹੈ ਕਿ ਕੰਡੇ ਦੀ ਕਿੱਲੀ ਨੇ ਤੁਹਾਨੂੰ ਪਕੜਿਆ ਹੋਇਆ ਹੈ, ਤੁਸੀਂ ਕਿੱਲੀ ਦੇ ਵੱਸ ਵਿੱਚੋਂ। ਇਹ ਕਿਉਂ ਹੈ? ਤੁਸੀਂ ਕਿੱਲੀ ਕੰਡੇ ਦੀ ਫੜ ਰੱਖੀ ਹੈ ਆਪਣੇ ਹੱਥ ਨਾਲ, ਕਿਉਂਕਿ ਤੁਸੀਂ ਧਾਰਾ ਵਿੱਚ ਵਹਿ ਨਹੀਂ ਜਾਣਾ ਚਾਹੁੰਦੇ। ਇਸ ਕੰਡੇ 'ਤੇ ਕੁਝ ਕੰਮ ਆਉਣਾ ਚਾਹੁੰਦੇ ਹੋ। ਜਿਸ ਦਿਨ ਚਾਹੋ ਉਸ ਦਿਨ, ਜਿਸ ਦਿਨ ਛੱਡ ਸਕਦੇ ਹੋ। ਕਿੱਲੀ ਦੀ ਕੋਈ ਪਕੜ ਤੁਹਾਡੇ 'ਤੇ ਨਹੀਂ ਹੈ, ਤੁਸੀਂ ਹੀ ਕਿੱਲੀ ਨੂੰ ਪਕੜਿਆ ਹੋਇਆ ਹੈ। ਭੋਜਨ ਵਿੱਚ ਤੁਹਾਡੀ ਵੀ ਰੁਚੀ ਹੈ। ਤੁਸੀਂ ਇਹ ਨਾ ਸੋਚਣਾ ਕਿ ਤੁਸੀਂ ਵੀ ਰਾਮ ਕ੍ਰਿਸ਼ਨ ਜਿਹੇ ਹੋ। ਰਾਮ ਕ੍ਰਿਸ਼ਨ ਅਤੇ ਤੁਹਾਡੀ ਭੋਜਨ ਦੀ ਰੁਚੀ ਵਿੱਚ ਬਹੁਤ ਫਰਕ ਹੈ। ਇਹ ਵਿਅੰਤੀ ਹੋਈ ਹੈ, ਜਾਣੀ ਪਛਾਣੀ ਹੈ, ਅਯੋਜਿਤ ਹੈ। ਰਾਮ ਕ੍ਰਿਸ਼ਨ ਜਾਣ ਰਹੇ ਹਨ ਕਿ ਇਸ ਸਰੀਰ ਨੂੰ ਜੇਕਰ ਫੜੀ ਰੱਖਣਾ ਹੈ ਤਾਂ ਕੁਝ ਚਿਰ ਕੰਮ ਆ ਜਾਵਾਂਗਾ, ਤਾਂ ਇਸ ਸਰੀਰ ਦੀ ਭਾਸ਼ਾ ਵਿੱਚ ਕੁਝ ਸੂਤਰ ਪੁਲ ਰਾਹ ਫੜ ਕੇ ਰੱਖਣੇ ਪੈਣਗੇ। ਇਹ ਮੈਂ ਮਿਸਾਲ ਵਜੋਂ ਕਹਿ ਰਿਹਾ, ਹਕੀਕਤ ਵਿੱਚ ਨਹੀਂ ਕਹਿ ਰਿਹਾ। ਉਸ ਛਣ ਵਿੱਚ ਜਦ ਕੋਈ ਸ਼ੂਨਿਆਂ ਵਿੱਚ ਖੋ ਜਾਣ ਦੇ ਕਰੀਬ ਹੋ ਗਿਆ ਹੋਵੇ, ਤਦ ਜੇਕਰ ਉਸ ਨੇ ਜਗਤ ਦੇ ਨਾਲ ਕੋਈ ਸੰਬੰਧ ਰੱਖਣਾ ਹੋਵੇ ਤਾਂ ਸਿਰਫ ਕਰੁਣਾ ਦੀ ਵਾਸ਼ਨਾ ਵਿੱਚ ਆਪਣੇ ਆਪ ਨੂੰ ਰੋਕ ਕੇ ਰੱਖਣਾ ਪਏਗਾ। ਇਹ ਸੂਤਰ ਕਰੁਣਾ ਦੀ ਵਾਸ਼ਨਾ ਜਗਾਉਣ ਦੇ ਲਈ ਹੈ। ਅੱਜ ਇਸ ਪੁਸਤਕ ਦਾ ਇੱਥੇ ਅੰਤ ਹੁੰਦਾ ਹੈ। ਪ੍ਰਾਣੀ ਮਾਤਰ ਦੀ ਸ਼ਾਂਤੀ ਦੇ ਲਈ ਬੁੱਧ ਨੇ ਲਗਾਤਾਰ ਵਾਰ-ਵਾਰ ਕਿਹਾ ਕਿ ਆਪਣੀ ਖਾਤਰ ਸ਼ਾਂਤੀ ਨਾ ਮੰਗਣਾ, ਪ੍ਰਾਣੀ ਮਾਤਰ ਦੇ ਲਈ ਮੰਗਣਾ, ਆਪਣੇ ਲਈ ਆਨੰਦ ਨਾ ਮੰਗਣਾ, ਪ੍ਰਾਣੀ ਮਾਤਰ ਦੇ ਲਈ ਆਨੰਦ ਮੰਗਣਾ। ਜੋ ਮੈਨੂੰ ਮਿਲਿਆ ਹੈ ਉਹ ਪ੍ਰਾਣੀ ਮਾਤਰ ਵਿੱਚ ਵੰਡਿਆ ਜਾਵੇ। ਜੋ ਮੈਂ ਪਾਇਆ ਹੈ ਉਹ ਮੇਰਾ ਇਕੱਲੇ ਦਾ ਨਾ ਹੋਵੇ, ਸਭ ਦਾ ਹੋਵੇ। ਇਹ ਉਹ ਲਗਾਤਾਰ ਕਹਿੰਦੇ ਜਾਂਦੇ ਸਨ ਤਾਂ ਜੋ ਇਸ ਦੀ ਗਹਿਰੀ ਰੇਖਾ ਬਣ ਜਾਵੇ, ਅੰਦਰ ਬਣੀ ਰਹਿ ਜਾਂਦੀ ਹੈ। ਜਿਸ ਦਿਨ ਮਹਾਂ ਆਨੰਦ ਵੀ ਆਉਂਦਾ ਹੈ ਤਦ ਨਾਲ ਦੀ ਨਾਲ ਇਹ ਪੁਰਾਣੀ ਗਹਿਰੀ ਰੇਖਾ ਲੀਕ ਦੇ ਕਾਰਨ ਉਸ ਦੇ ਮਨ ਵਿੱਚ ਭਾਵ ਉਦੈ ਹੁੰਦਾ ਹੈ, ਜੋ ਮੈਨੂੰ ਮਿਲਿਆ ਹੈ ਉਹ ਸਭ ਪ੍ਰਾਣੀ ਮਾਤਰ ਵਿੱਚ ਵੰਡਿਆ ਜਾਵੇ। ਜੋ ਮੈਨੂੰ ਸ਼ਾਂਤੀ ਮਿਲੀ ਹੈ ਉਹ ਸਭ ਦੀ ਹੋ ਜਾਵੇ। ਜੋ ਆਨੰਦ ਮੈਨੂੰ ਮਿਲਿਆ ਉਹ ਸਭ ਦਾ ਹੋ ਜਾਵੇ। ਜੋ ਸ਼ਾਂਤੀ ਮੈਨੂੰ ਮਿਲੀ ਹੈ ਉਹ ਸਭ ਦੀ ਹੋ ਜਾਵੇ। ਇਹ ਚੇਤਾ ਆਉਂਦਿਆਂ ਹੀ ਉਹ ਪਰਤ ਕੇ ਜਗਤ ਵੱਲ ਦੇਖਦਾ ਹੈ, ਪੁਲ ਤਿਆਰ ਹੋ ਜਾਂਦਾ ਹੈ। ਉਸ ਪੁਲ ਦਾ ਨਾਂ ਹੈ ਨਿਰਵਾਣ ਕਾਇਆ। ਅੰਤਿਮ ਦਿਨ ਹੈ। ਜਾਣ ਤੋਂ ਪਹਿਲਾਂ ਕੁਝ ਗੱਲਾਂ ਹੋਰ ਵੀ ਮੈਂ ਤੁਹਾਨੂੰ ਕਹਿਣੀਆਂ ਚਾਹਾਂਗਾ। ਇੱਕ, ਜੋ ਕਿ ਤੁਸੀਂ ਇੱਥੇ ਕਰ ਰਹੇ ਹੋ ਉਹ ਸਿਰਫ ਪ੍ਰਯੋਗ ਹੈ ਤਾਂ ਜੋ ਖਿਆਲ ਵਿੱਚ ਆ ਸਕੇ ਕਿ ਕੀ ਕਰਨਾ ਹੈ। ਮਹਿਜ਼ ਇੰਨਾ ਕਰ ਲੈਣਾ, ਕੁਝ ਵੀ ਮਹਿਜ਼ ਕਰਨ ਨਾਲ ਹੱਲ ਨਹੀਂ ਹੋ ਜਾਂਦਾ, ਉਸ ਨੂੰ ਜਾਰੀ ਰੱਖਣਾ ਪਏਗਾ। ਤਾਂ ਵਾਪਸ ਜਾ ਕੇ ਫਿਰ ਜਾਰੀ ਰੱਖਣਾ ਹੈ, ਨਹੀਂ ਤਾਂ ਮੈਂ ਦੇਖਦਾ ਤੁਸੀਂ ਸ਼ਿਵਰ ਵਿੱਚ ਕਰ ਲੈਂਦੇ ਹੋ। ਸ਼ਾਂਤੀ ਮਿਲਦੀ ਹੈ, ਸਹਿਜਤਾ ਆਉਂਦੀ ਹੈ, ਨਿਰਦੋਸ਼ ਥੋੜ੍ਹੀ ਜਿਹੀ ਝਲਕ ਆਉਂਦੀ ਹੈ, ਇੱਕ ਤਾਜ਼ੀ ਹਵਾ ਦਾ ਬੁੱਲਾ ਆਉਂਦਾ, ਚੰਗਾ ਲੱਗਦਾ ਹੈ। ਫਿਰ ਵਾਪਸ ਪਰਤ ਕੇ ਘਰ ਤੁਸੀਂ ਆਪਣੀਆਂ ਪੁਰਾਣੀਆਂ ਆਦਤਾਂ ਵਿੱਚ ਜੀਣ ਲੱਗਦੇ ਹੋ। ਫਿਰ ਕਦੇ ਕਿਸੇ ਸ਼ਿਵਰ ਵਿੱਚ ਆ ਜਾਓਗੇ, ਫਿਰ ਕਰ ਲਵੋਗੇ। ਇਉਂ ਵਾਰ-ਵਾਰ ਕਰੋਗੇ, ਵਾਰ-ਵਾਰ ਖੋਂਦੇ ਰਹੋਗੇ। ਕੁਝ ਗਹਿਰੇ ਨਤੀਜੇ ਨਹੀਂ ਹੋਣਗੇ ਤੁਹਾਡੇ ਕੋਲ। ਇਸ ਨਾਲ ਖੋਂਦੀ ਹੀ ਜਾਏਗੀ ਸ਼ਾਂਤੀ। ਇਹ ਖੂਹ ਇੰਨਾ ਗਹਿਰਾ ਹੈ, ਇਸ ਨੂੰ ਜੇ ਖੋਦਿਆ 2-4 ਦਿਨ, ਫਿਰ ਛੱਡ ਦਿੱਤਾ 6-4 ਮਹੀਨਿਆਂ ਲਈ, ਫਿਰ ਕੂੜਾ ਕਰਕਟ ਭਰ ਜਾਏਗਾ, ਜ਼ਮੀਨ ਫਿਰ ਪੁਰਾਣੀ ਹੋ ਜਾਏਗੀ, ਫਿਰ ਉਹੀ ਸਥਿਤੀ ਹੋ ਜਾਏਗੀ। ਫਿਰ ਖੋਦ ਲਿਆ 2-4 ਦਿਨ ਬਾਅਦ, ਫਿਰ ਛੱਡ ਦਿੱਤਾ 6 ਮਹੀਨਿਆਂ ਦੇ ਲਈ, ਫਿਰ ਕੂੜਾ ਭਰ ਗਿਆ, ਤਾਂ ਫਿਰ ਖੂਹ ਕਦੇ ਨਹੀਂ ਪੱਟਿਆ ਜਾਣਾ। ਜਿਸ ਪਾਣੀ ਦੀ ਤੁਹਾਨੂੰ ਤਲਾਸ਼ ਹੈ ਉਹ ਕਦੇ ਨਹੀਂ ਮਿਲੇਗਾ।
ਇਸ ਨੂੰ ਪੁੱਟਦੇ ਹੀ ਜਾਣਾ, ਵਾਰ-ਵਾਰ ਅਲੱਗ-ਅਲੱਗ ਥਾਂ ਤੋਂ ਪੁੱਟਣਾ ਪਏਗਾ। ਤਾਂ ਮਿਹਨਤ ਵੀ ਹੋਵੇਗੀ, ਸਮਾਂ ਵੀ ਨਸ਼ਟ ਹੋਵੇਗਾ, ਸ਼ਕਤੀ ਵੀ ਜਾਏਗੀ, ਨਤੀਜਾ ਵੀ ਨਹੀਂ ਆਏਗਾ। ਰੂਮੀ ਨੇ ਇੱਕ ਦਿਨ ਆਪਣੇ ਸ਼ਿਸ਼ਾ ਨੂੰ ਇੱਕ ਦਫਾ ਕਿਹਾ ਸੀ ਕਿ ਤੁਸੀਂ ਮੇਰੇ ਨਾਲ ਆਓ। ਤੁਸੀਂ ਕਿਹੋ ਜਿਹੇ ਹੋ ਇਹ ਮੈਂ ਤੁਹਾਨੂੰ ਦੱਸਦਾ। ਉਹ ਆਪਣੇ ਸ਼ਿਸ਼ਾ ਨੂੰ ਲੈ ਗਏ ਇੱਕ ਖੇਤ ਵਿੱਚ। ਉੱਥੇ 8 ਵੱਡੇ ਵੱਡੇ ਟੋਏ ਪੁੱਟੇ ਗਏ। ਸਾਰਾ ਖੇਤ ਖਰਾਬ ਹੋ ਗਿਆ ਸੀ। ਰੂਮੀ ਨੇ ਕਿਹਾ, ਦੇਖੋ ਇਹਨਾਂ ਟੋਇਆਂ ਨੂੰ, ਇਹ ਕਿਸਾਨ ਪਾਗਲ ਹੈ, ਇਹ ਖੂਹ ਪੁੱਟਣਾ ਚਾਹੁੰਦੇ ਨੇ, ਇਹ 4-8 ਟੋਏ ਪੁੱਟਦੇ ਨੇ, ਫਿਰ ਇਹ ਸੋਚ ਕੇ ਇੱਥੇ ਪਾਣੀ ਨਹੀਂ ਨਿਕਲਦਾ ਦੂਜਾ ਪੁੱਟ ਲੈਂਦੇ ਨੇ। 4 ਹੱਥ 8 ਹੱਥ ਪੁੱਟ ਕੇ ਸੋਚ ਕੇ ਕਿ ਇੱਥੇ ਪਾਣੀ ਨਹੀਂ ਨਿਕਲਦਾ, ਇਹ 8 ਟੋਏ ਪੁੱਟ ਚੁੱਕੇ ਨੇ, ਪੂਰਾ ਖੇਤ ਖਰਾਬ ਹੋ ਗਿਆ, ਅਜੇ ਖੂਹ ਨਹੀਂ ਬਣਿਆ। ਜੋ ਇਹ ਇੱਕ ਇੱਕ ਟੋਏ ਉੱਤੇ ਇੰਨੀ ਮਿਹਨਤ ਕਰਦੇ ਨੇ, ਜੋ ਇਹਨਾਂ ਨੇ 8 ਟੋਇਆਂ 'ਤੇ ਮਿਹਨਤ ਕੀਤੀ ਹੈ, ਤਾਂ ਯਕੀਨਨ ਪਾਣੀ ਮਿਲ ਗਿਆ ਹੁੰਦਾ, ਕਿਉਂਕਿ ਇੰਨੀ ਮਿਹਨਤ ਹੈ। ਪਰ ਮਿਹਨਤ ਗਲਤ ਹੈ। ਇੱਕ ਦਫਾ ਸੰਕਲਪ ਕਰੋ, ਇੱਕ ਥਾਂ ਲਗਾਤਾਰ ਪੁੱਟਦੇ ਜਾਓ, ਤਾਂ ਹੀ ਤੁਹਾਨੂੰ ਜੀਵਨ ਦੇ ਜਲ ਸੋਮੇ ਮਿਲਣਗੇ। ਇੱਥੇ ਜੋ ਸਿੱਖਿਆ ਹੈ ਉਸ ਨੂੰ ਪ੍ਰਯੋਗ ਕਰਨਾ ਹੈ, ਤਾਂ ਜੋ ਦੂਸਰੇ ਸ਼ਿਵਰਾਂ ਵਿੱਚੋਂ ਤੁਸੀਂ ਆ ਜਾਓ, ਤਾਂ ਉੱਥੋਂ ਤੋਂ ਸ਼ੁਰੂ ਨਾ ਕਰਨਾ ਪਵੇ ਜਿੱਥੋਂ ਤੁਸੀਂ ਪਹਿਲੇ ਸ਼ਿਵਰ ਵਿੱਚ ਪਹਿਲੇ ਦਿਨ ਸ਼ੁਰੂ ਕੀਤਾ ਸੀ। ਤੁਸੀਂ ਕੁਝ ਖੋਦ ਕੇ ਲਿਆਓ ਤਾਂ ਫਿਰ ਅਸੀਂ ਹੋਰ ਗਹਿਰੀ ਖੁਦਾਈ ਕਰ ਸਕੀਏ। ਹਰ ਵਾਰ ਸ਼ਿਵਰ ਤੁਹਾਡੇ ਲਈ ਨਵੇਂ ਦੁਆਰ ਖੋਲ੍ਹ ਸਕਦੇ ਨੇ, ਲੇਕਿਨ ਤੁਸੀਂ ਪੁਰਾਣੇ ਦੁਆਰ 'ਤੇ ਕੰਮ ਕਰਦੇ ਰਹੋ ਤਦੇ ਹੀ। ਸੋ ਪਹਿਲੀ ਗੱਲ ਤਾਂ ਇਹ ਚੇਤੇ ਰੱਖਣੀ ਕਿ ਧਿਆਨ ਇੱਕ ਅੰਦਰੂਨੀ ਪੁਟਾਈ ਹੈ, ਖੁਦਾਈ ਹੈ, ਜਿਸ ਨੂੰ ਲਗਾਤਾਰ ਜਾਰੀ ਰੱਖਣਾ ਜ਼ਰੂਰੀ ਹੈ। ਦੂਜੀ ਗੱਲ ਧਿਆਨ ਰੱਖਣੀ ਜ਼ਰੂਰੀ ਹੈ, ਇੱਥੇ ਤਾਂ ਆਸਾਨ ਹੈ ਕਰ ਲੈਣਾ, ਘਰ ਵਿੱਚ ਡਰ ਲੱਗੇਗਾ, ਗੁਆਂਢ ਹੈ, ਆਸ-ਪਾਸ ਦੇ ਲੋਕ ਹਨ, ਹੱਸਣਗੇ, ਚਲਾਉਣਗੇ, ਰੋਣਗੇ। ਤੁਸੀਂ ਹੱਸੋਗੇ, ਚਲਾਓਗੇ, ਰੋਵੋਗੇ ਤਾਂ ਲੋਕ ਕੀ ਕਹਿਣਗੇ। ਇੱਕ ਗੱਲ ਸਦਾ ਖਿਆਲ ਰੱਖਣਾ, ਉਂਝ ਵੀ ਕੋਈ ਤੁਹਾਡੀ ਬਾਬਤ ਚੰਗਾ ਨਹੀਂ ਕਹਿੰਦਾ, ਤੁਹਾਡੇ ਲਈ ਉਂਝ ਵੀ ਕੋਈ ਚੰਗਾ ਨਹੀਂ ਕਹਿੰਦਾ। ਇਸ ਭੁਲੇਖੇ ਵਿੱਚ ਤੁਸੀਂ ਨਾ ਰਹਿਣਾ ਕਿ ਲੋਕ ਤੁਹਾਡੇ ਵਿੱਚ ਚੰਗਾ ਸੋਚ ਰਹੇ ਨੇ ਜਾਂ ਨਹੀਂ। ਉਸ ਤੋਂ ਇਹ ਤਕਲੀਫ ਸ਼ੁਰੂ ਹੁੰਦੀ ਹੈ ਕਿਤੇ ਤੁਹਾਡੀ ਚੰਗੀ ਮੂਰਤ ਨਾ ਗਿਰ ਜਾਵੇ, ਉਹ ਕਿਤੇ ਹੈ ਹੀ ਨਹੀਂ। ਤੁਸੀਂ ਸੋਚੋ, ਤੁਹਾਡੇ ਮਨ ਵਿੱਚ ਗੁਆਂਢੀ ਦੀ ਚੰਗੀ ਸੂਰਤ ਹੈਗੀ ਹੈ? ਤੁਸੀਂ ਗੁਆਂਢੀ ਬਾਰੇ ਚੰਗਾ ਸੋਚਦੇ ਹੋ? ਤੁਹਾਡੇ ਮਨ ਵਿੱਚ ਕਿਸ ਦੀ ਚੰਗੀ ਸੂਰਤ ਹੈ? ਕਿਸ ਦੇ ਮਨ ਵਿੱਚ ਤੁਹਾਡੀ ਸੂਰਤ ਚੰਗੀ ਹੋਣ ਵਾਲੀ ਹੈ? ਇਹ ਸਿਰਫ ਭੁਲੇਖਾ ਹੈ, ਇਸ ਵਿੱਚ ਨਾ ਪੈ ਜਾਣਾ। ਚੰਗਾ ਇਹੀ ਹੋਵੇਗਾ ਕਿ ਘਰ ਵਿੱਚ ਲੋਕਾਂ ਨੂੰ ਦੱਸ ਦੇਣਾ ਕਿ ਅਜਿਹਾ ਪ੍ਰਯੋਗ ਮੈਂ ਕਰ ਰਿਹਾ। ਚਿੰਤਾ ਦੀ ਕੋਈ ਜ਼ਰੂਰਤ ਨਹੀਂ ਹੈਗੀ। ਜੇ ਆਸਾਨ ਹੋਵੇ ਤਾਂ ਆਂਢ ਗੁਆਂਢ ਵਿੱਚ ਵੀ ਜਾ ਕੇ ਦੱਸ ਦੇਣਾ ਕਿ ਮੈਂ ਇਸ ਤਰ੍ਹਾਂ ਦਾ ਪ੍ਰਯੋਗ ਕਰ ਰਿਹਾ, ਜਰਾ ਆਵਾਜ਼ ਕਰਾਂ, ਚਲਾਵਾਂ, ਤਾਂ ਫਿਕਰਮੰਦ ਨਾ ਹੋਣਾ। ਤਾਂ ਤੁਸੀਂ ਹੌਲੇ ਹੋ ਕੇ ਕਰ ਸਕੋਗੇ ਪ੍ਰਯੋਗ। ਲੋਕ ਜਾਣਦੇ ਨੇ, 2-4 ਦਿਨਾਂ ਵਿੱਚ ਸਮਝ ਜਾਂਦੇ ਨੇ ਕਿ ਠੀਕ ਹੈ। ਜਿਨ੍ਹਾਂ ਲੋਕਾਂ ਤੋਂ ਤੁਹਾਨੂੰ ਡਰ ਹੈ, ਜੇਕਰ ਤੁਸੀਂ ਪ੍ਰਯੋਗ ਕਰਦੇ ਰਹੇ ਉਹਨਾਂ ਦਾ ਡਰ ਛੱਡ ਕੇ, ਤਾਂ ਮਹੀਨੇ 2 ਮਹੀਨੇ ਦੇ ਅੰਦਰ ਉਹ ਤੁਹਾਥੋਂ ਪੁੱਛਣਗੇ ਕਿ ਤੁਸੀਂ ਸਾਨੂੰ ਵੀ ਸਿਖਾ ਸਕਦੇ ਹੋ, ਕਿਉਂਕਿ 2 ਮਹੀਨਿਆਂ ਵਿੱਚ ਤੁਹਾਡੀ ਬਦਲਾਹਟ ਹੋ ਜਾਏਗੀ। ਤੁਹਾਡਾ ਕੋਈ ਅਕਸ ਨਹੀਂ ਹੈ ਲੋਕਾਂ ਕੋਲ, ਲੇਕਿਨ ਜੇ ਤੁਸੀਂ ਧਿਆਨ ਕੀਤਾ ਤਾਂ ਯਕੀਨਨ ਤੁਹਾਡਾ ਅਕਸ ਹੋਵੇਗਾ, ਕਿਉਂਕਿ ਤੁਹਾਡੀ ਸ਼ਾਂਤੀ ਦੀ ਖਬਰ ਮਿਲਣੀ ਸ਼ੁਰੂ ਹੋ ਜਾਏਗੀ। ਫੁੱਲ ਖਿੜਦੇ ਹਨ, ਛੁਪ ਨਹੀਂ ਸਕਦੇ। ਸੂਰਜ ਨਿਕਲਦਾ ਹੈ, ਅੰਨੇ ਤੱਕ ਨੂੰ ਉਹਦੇ ਸੇਕ ਦਾ ਪਤਾ ਲੱਗਦਾ ਹੈ, ਨਾ ਵੀ ਦਿਖਾਈ ਪਵੇ ਤਾਂ ਵੀ ਸੇਕ ਦਾ ਤਾਂ ਪਤਾ ਲੱਗਦਾ ਹੈ, ਤਾਂ ਵੀ ਪੰਛੀਆਂ ਦੇ ਗੀਤ ਕਹਿਣ ਲੱਗਦੇ ਨੇ ਕਿ ਸਵੇਰ ਹੋ ਗਈ। ਤੁਸੀਂ ਧਿਆਨ ਵਿੱਚ ਗਹਿਰੇ ਉਤਰੋਗੇ ਤਾਂ ਤੁਹਾਡੀ ਸ਼ਾਂਤੀ, ਤੁਹਾਡਾ ਆਨੰਦ, ਤੁਹਾਡਾ ਪ੍ਰੇਮ, ਤੁਹਾਡੀ ਕਰੁਣਾ ਸਭ ਵਧੇਗਾ। ਤੁਹਾਡਾ ਕ੍ਰੋਧ, ਤੁਹਾਡੀ ਘਿਰਣਾ, ਤੁਹਾਡੀ ਈਰਖਾ ਘਟੇਗੀ। ਤੁਸੀਂ ਆਪਣੇ ਗੁਆਂਢ ਵਿੱਚ, ਆਪਣੇ ਪਰਿਵਾਰ ਵਿੱਚ, ਆਪਣੇ ਸੰਬੰਧੀਆਂ ਦੇ ਦਰਮਿਆਨ ਇੱਕ ਨਵੇਂ ਆਦਮੀ ਬਣ ਜਾਓਗੇ। ਪਰ ਜੇ ਹੁਣ ਤੋਂ ਤੁਸੀਂ ਡਰਦੇ ਹੋ, ਕਿਤੇ ਕੋਈ ਇਹ ਨਾ ਸਮਝ ਲਵੇ ਮੈਂ ਪਾਗਲ ਹਾਂ, ਕਿਤੇ ਕੋਈ ਇਹ ਨਾ ਸਮਝ ਲਵੇ, ਕਿਤੇ ਕੋਈ ਉਹ ਨਾ ਸਮਝ ਲਵੇ, ਤਾਂ ਇਹ ਭੁਲੇਖਾ ਛੱਡ ਦਿਓ। ਕਿਸੇ ਨੂੰ ਇੱਕ ਤਾਂ ਚਿੰਤਾ ਨਹੀਂ ਹੈ ਤੁਹਾਡੇ ਸੰਬੰਧ ਵਿੱਚ ਸੋਚਣ ਦੀ।
ਕਦੇ ਤੁਸੀਂ ਖਿਆਲ ਕੀਤਾ ਹੈ? ਸਭ ਆਪੋ ਆਪਣੇ ਸੰਬੰਧ ਵਿੱਚ ਸੋਚਦੇ ਨੇ। ਕਿਸੇ ਨੂੰ ਵੇਲ ਨਹੀਂ ਹੈ ਤੁਹਾਡੇ ਸੰਬੰਧ ਵਿੱਚ ਸੋਚਣ ਦੀ। ਤੁਸੀਂ ਕਿਸ ਦੇ ਸੰਬੰਧ ਵਿੱਚ ਕਿੰਨਾ ਕੁ ਸੋਚਦੇ ਹੋ? ਜੇ ਕੋਈ ਗੁਆਂਢ ਵਿੱਚ ਚਲਾਉਣ ਲੱਗੇ ਜ਼ੋਰਾਂ ਨਾਲ ਤਾਂ ਇੱਕ ਦਫਾ ਸੋਚੋਗੇ, ਸ਼ਾਇਦ ਦਿਮਾਗ ਖਰਾਬ ਹੈ, ਫਿਰ ਵੇਲ ਹੈ ਕਿ ਉਸੇ 'ਤੇ ਲੱਗੇ ਰਹੋ। ਪਰ ਜੇ ਇਹ ਚਲਾਉਣ ਵਾਲਾ ਆਦਮੀ ਦੂਜੇ ਦਿਨ ਇਸ ਦੀ ਸ਼ਕਲ ਵਿੱਚ ਫਰਕ ਪੈਣ ਲੱਗੇ, ਸਾਲ 6 ਮਹੀਨਿਆਂ ਦੇ ਅੰਦਰ ਇਹ ਆਦਮੀ ਸ਼ਾਂਤੀ ਦਾ ਸੋਮਾ ਬਣ ਜਾਵੇ, ਤਾਂ ਤੁਸੀਂ ਹੀ ਉਸ ਤੋਂ ਪੁੱਛੋਗੇ ਕਿ ਤਰਕੀਬ ਕੀ ਹੈ ਚਲਾਉਣ ਦੀ ਜਿਸ ਨਾਲ ਤੂੰ ਸ਼ਾਂਤ ਹੋ ਰਿਹਾ। ਤਤਕਾਲੀ ਨਾ ਕਰਨਾ, ਉਡੀਕ ਕਰਨਾ। ਆਪਣੇ ਵਿੱਚ ਤਬਦੀਲੀ ਦੀ ਤਦੇ ਕੋਈ ਮੂਰਤ ਤਿਆਰ ਹੁੰਦੀ ਹੈ। ਅਜੇ ਕੋਈ ਮੂਰਤ ਤਿਆਰ ਨਹੀਂ ਹੈ, ਅਜੇ ਤੁਹਾਨੂੰ ਖਿਆਲ ਹੈ ਸਿਰਫ। ਤੀਜੀ ਗੱਲ ਧਿਆਨ ਰੱਖਣੀ ਜ਼ਰੂਰੀ ਹੈ, ਘਰ ਵਿੱਚ ਤੁਸੀਂ ਇਕੱਲੇ ਹੋਵੋਗੇ ਪਰ ਇਕੱਲੇ ਹੋਣ ਦੀ ਜ਼ਰੂਰਤ ਨਹੀਂ ਹੈ। ਜਿਸ ਤਰ੍ਹਾਂ ਤੁਸੀਂ ਇੱਥੇ ਮੇਰੇ ਸਾਹਮਣੇ ਬੈਠ ਕੇ ਧਿਆਨ ਕਰ ਰਹੇ ਹੋ, ਜੇਕਰ ਕਿਸੇ ਤਰ੍ਹਾਂ ਤੁਸੀਂ ਖਿਆਲ ਰੱਖ ਲਿਆ ਕਿ ਮੈਂ ਸਾਹਮਣੇ ਬੈਠਾ, ਤੁਸੀਂ ਧਿਆਨ ਕਰ ਰਹੇ ਹੋ, ਤਾਂ ਤੁਸੀਂ ਮੇਰੀ ਮੌਜੂਦਗੀ ਇੰਨੀ ਪਾਓਗੇ ਜਿੰਨੀ ਤੁਸੀਂ ਇੱਥੇ ਪਾਉਂਦੇ ਹੋ। ਤਦ ਨਿਰਭੈ ਹੋ ਕੇ ਤੁਸੀਂ ਪ੍ਰਯੋਗ ਕਰ ਸਕਦੇ ਹੋ। ਤੁਹਾਡੀ ਨਿਰਭੈਤਾ ਪ੍ਰਯੋਗ ਦੇ ਲਈ ਬਹੁਤ ਜ਼ਰੂਰੀ ਹੈ। ਤੁਸੀਂ ਡਰੋ, ਇਕੱਲੇ ਆ, ਕੁਝ ਖਤਰਾ ਨਾ ਹੋ ਜਾਵੇ। ਕੋਈ ਖਤਰਾ ਨਹੀਂ ਹੋਵੇਗਾ। ਤੁਸੀਂ ਜਾਣ ਤੋਂ ਪਹਿਲਾਂ ਸਾਰੇ ਖਤਰੇ, ਸਾਰੇ ਭੈ ਮੇਰੇ ਕੋਲ ਛੱਡ ਜਾਣਾ। ਤੁਹਾਥੋਂ ਮੰਗਦਾ ਹੀ ਸਿਰਫ ਇੰਨਾ ਜਾਂਦੇ ਛਿਣਾਂ ਵਿੱਚ ਕਿ ਤੁਹਾਡਾ ਜਿੰਨਾ ਦੁੱਖ ਹੈ, ਜਿੰਨੀ ਚਿੰਤਾ ਹੈ, ਜਿੰਨੀ ਪੀੜ ਹੈ, ਜਿੰਨਾ ਸੰਤਾਪ ਹੈ, ਉਹ ਮੈਨੂੰ ਦੇ ਦਿਓ। ਉਸ ਨੂੰ ਨਾਲ ਨਾ ਢੋਂਦੇ ਫਿਰਨਾ, ਉਸ ਨੂੰ ਨਾਲ ਰੱਖਣ ਦੀ ਕੋਈ ਜ਼ਰੂਰਤ ਨਹੀਂ ਹੈ। ਮੈਂ ਤੁਹਾਥੋਂ ਧਨ ਨਹੀਂ ਮੰਗਦਾ, ਤੁਹਾਥੋਂ ਤਨ ਨਹੀਂ ਮੰਗਦਾ, ਤੁਹਾਥੋਂ ਕੁਝ ਹੋਰ ਨਹੀਂ ਮੰਗਦਾ। ਤੁਹਾਡੇ ਕੋਲ ਜੋ ਵੀ ਪੀੜ ਹੈ, ਜੋ ਵੀ ਉਪਦਰਵ ਹੈ, ਜੋ ਵੀ ਸੰਤਾਪ ਹੈ, ਸਭ ਮੈਨੂੰ ਦੇ ਦਿਓ। ਉਸ ਨਾਲ ਮੈਨੂੰ ਕੋਈ ਤਕਲੀਫ ਨਹੀਂ ਹੋਵੇਗੀ। ਤੁਸੀਂ ਨਿਰਭਰ ਹੋ ਜਾਓਗੇ। ਤੁਸੀਂ ਜਿਸ ਚੀਜ਼ ਤੋਂ ਦੁਖੀ ਹੋ ਰਹੇ ਹੋ, ਜਿਸ ਸ਼ਕਤੀ ਤੋਂ ਦੁਖੀ ਹੋ ਰਹੇ ਹੋ ਨਾ ਸਮਝੀ ਦੇ ਕਾਰਨ, ਸਭ ਉਹ ਨਾ ਸਮਝੀ ਮੈਨੂੰ ਦੇ ਦਿਓ। ਮੈਂ ਤੁਹਾਨੂੰ ਉਹੀ ਸ਼ਕਤੀ ਵਾਪਸ ਮੋੜ ਦਿਆਂਗਾ। ਉਹ ਆਨੰਦ ਹੋ ਜਾਏਗੀ, ਉਹ ਸ਼ਾਂਤੀ ਹੋ ਜਾਏਗੀ, ਕਰੁਣਾ ਹੋ ਜਾਏਗੀ। ਤੁਸੀਂ ਘਰ ਪਹੁੰਚਦੇ ਹੋ ਤਾਂ ਬਹੁਤ ਸਮਾਂ ਨਾ ਗਵਾਉਣਾ। ਇੱਥੇ ਜੋ ਸਿਲਸਿਲਾ ਪੈਦਾ ਹੋਇਆ ਹੈ, ਇੱਥੇ ਜੋ ਹਵਾ ਬਣੀ ਹੈ, ਮਨ ਨੂੰ ਜੋ ਰੁਝਾਨ ਪੈਦਾ ਹੋਇਆ, ਉਹ ਖੋ ਨਾ ਜਾਵੇ। ਇੰਨਾ ਸਮਾਂ ਨਾ ਗਵਾਉਣਾ। ਘਰ ਜਾ ਕੇ ਉਸੇ ਵੇਲੇ ਧਿਆਨ ਵਿੱਚ ਲੱਗ ਜਾਣਾ। 1 ਘੰਟਾ ਰੋਜ਼ਾਨਾ ਧਿਆਨ ਵਿੱਚ ਦੇ ਦੇਣਾ। ਜ਼ਿੰਦਗੀ ਦੇ ਅਖੀਰ ਵਿੱਚ ਤੁਸੀਂ ਪਾਓਗੇ ਬਾਕੀ ਸਮਾਂ ਵਿਅਰਥ ਗਿਆ। ਇਹ ਜੋ ਮੈਂ ਧਿਆਨ ਵਿੱਚ ਸਮਾਂ ਲਾਇਆ, ਸਿਰਫ ਉਹੀ ਕੰਮ ਆਇਆ, ਉਹੀ ਬਚਿਆ, ਉਹੀ ਸਾਰਥਕ ਹੋਇਆ। ਮੈਨੂੰ ਚੇਤੇ ਰੱਖਣਾ, ਕੋਈ ਭੈ ਨਹੀਂ ਹੋਵੇਗਾ। ਅੰਦਰ ਜਦ ਪ੍ਰਵੇਸ਼ ਕਰੋਗੇ, ਕਦੇ ਲੱਗੇਗਾ ਕਿਤੇ ਮੌਤ ਨਾ ਹੋ ਜਾਵੇ। ਜਿਵੇਂ ਜਿਵੇਂ ਧਿਆਨ ਗਹਿਰਾ ਹੋਵੇਗਾ, ਮੌਤ ਦੇ ਅਨੁਭਵ ਹੋਣੇ ਸ਼ੁਰੂ ਹੋ ਜਾਣਗੇ। ਜਰਾ ਵੀ ਘਬਰਾਉਣਾ ਨਾ, ਘਬਰਾ ਕੇ ਵਾਪਸ ਨਾ ਮੁੜਨਾ। ਜੇ ਮੌਤ ਵੀ ਅੰਦਰ ਆਉਂਦੀ ਹੋਵੇ ਤਾਂ ਕਹਿਣਾ ਠੀਕ ਹੈ, ਸਵੀਕਾਰ ਹੈ, ਮੈਂ ਵੱਧਦਾ, ਮੈਂ ਤੁਹਾਡੇ ਨਾਲ ਹਾਂ। ਇਹ ਧਿਆਨ ਦੀਆਂ ਕੁਛ ਵਿਧੀਆਂ ਸੀਗੀਆਂ ਇਸ ਕਿਤਾਬ ਦੇ ਵਿੱਚ। ਅੱਜ ਇਸ ਦਾ ਆਖਰੀ ਪੰਨਾ ਪੜ੍ਹਿਆ ਗਿਆ ਹੈ। ਆਸ ਹੈ ਤੁਹਾਨੂੰ ਇਹ ਪ੍ਰਵਚਨ ਬਹੁਤ ਪਸੰਦ ਆਏ ਹੋਣਗੇ। ਤੁਸੀਂ ਵੀ ਧਿਆਨ ਦੀ ਗਹਿਰੀ ਤੋਂ ਗਹਿਰੀ ਖਾਈ ਦੇ ਵਿੱਚ ਉਤਰੇ ਹੋਵੋਗੇ ਇਹਨਾਂ ਪ੍ਰਵਚਨਾਂ ਦੇ ਨਾਲ। ਧਿਆਨ ਤੋਂ ਵੱਡੀ ਧਰਤੀ 'ਤੇ ਕੋਈ ਦਵਾਈ ਨਹੀਂ ਹੈਗੀ, ਇਹ ਮੈਨੂੰ ਲੱਗਦਾ। ਹੋ ਸਕਦਾ ਤੁਹਾਨੂੰ ਵੀ ਲੱਗਦਾ ਹੋਵੇ, ਕਿਉਂਕਿ ਧਿਆਨ ਹੈ ਜੋ, ਉਹ ਸਭ ਚੀਜ਼ ਤੋਂ ਉੱਪਰ ਹੈ। ਉੱਪਰ ਹੇਠਾਂ ਵੀ ਨਹੀਂ ਕਿਹਾ ਜਾ ਸਕਦਾ, ਉਹ ਸਭ ਚੀਜ਼ ਤੋਂ ਹੀ ਅਲੱਗ ਹੈ। ਉਸ ਦਾ ਕੋਈ ਸਿਰਾ ਹੀ ਨਹੀਂ ਹੈਗਾ ਜਿਹਨੂੰ ਦੱਸਿਆ ਜਾ ਸਕੇ, ਕਿਉਂਕਿ ਧਿਆਨ ਪਦਾਰਥ ਨਹੀਂ ਹੈ। ਪਦਾਰਥ ਨੂੰ ਦੱਸਿਆ ਜਾ ਸਕਦਾ, ਛੂਹਿਆ ਜਾ ਸਕਦਾ। ਧਿਆਨ ਮਹਿਸੂਸ ਕਰਨ ਦੀ ਚੀਜ਼ ਹੈ, ਇੱਕ ਪ੍ਰਕਾਸ਼ ਹੈ ਜੋ ਚਾਨਣ ਹੈ। ਸੋ ਆਸ ਹੈ ਤੁਸੀਂ ਵੀ ਪਰਮਾਰਥ ਦੇ ਰਾਹ 'ਤੇ ਤੁਰੇ ਹੋਵੋਗੇ ਇਹਨਾਂ ਪ੍ਰਵਚਨਾਂ ਦੇ ਦੁਆਰਾ। ਅੱਜ ਓਸ਼ੋ ਦੀ ਇੱਕ ਕਿਤਾਬ ਪੂਰੀ ਹੋਈ ਹੈ। ਮੈਂ ਸਭ ਨੂੰ ਮੁਬਾਰਕਬਾਦ ਦਿੰਦੀ ਹਾਂ। ਤੁਸੀਂ ਇਸ ਕਿਤਾਬ ਨੂੰ ਪੂਰੇ ਧਿਆਨਪੂਰਵਕ ਸੁਣਿਆ ਹੋਵੇਗਾ। ਸੋ ਕੱਲ੍ਹ ਨੂੰ ਮੈਂ ਨਵੀਂ ਕਿਤਾਬ ਸ਼ੁਰੂ ਕਰਾਂਗੀ। ਆਸ ਹੈ ਤੁਸੀਂ ਨਵੀਂ ਕਿਤਾਬ ਦੀ ਉਡੀਕ ਵਿੱਚ ਹੋਵੋਗੇ। ਤੁਹਾਨੂੰ ਓਸ਼ੋ ਦੀਆਂ ਕਿਹੜੀਆਂ ਕਿਤਾਬਾਂ ਪਸੰਦ ਨੇ, ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ। ਸੋ ਧੰਨਵਾਦ ਜੀ। ਕੱਲ੍ਹ ਤੱਕ ਬਾਏ ਬਾਏ।